Good morning students. Today is our first lecture on computer system organization and architecture. ਅੱਜ ਦੇ ਇਸ ਲੈਕਚਰ 'ਚ ਆਪਾਂ ਦੇਖਾਂਗੇ ਕਿ ਬੇਸਿਕ ਕੰਪਿਊਟਰ ਦਾ ਕੀ ਆਰਕੀਟੈਕਚਰ ਹੁੰਦਾ ਹੈ। ਤਾਂ ਆਰਕੀਟੈਕਚਰ ਦੇਖਣ ਤੋਂ ਪਹਿਲਾਂ ਆਪਾਂ ਇੱਕ ਕੰਪਿਊਟਰ ਦੀ ਬਲੌਕ ਡਾਇਗਰਾਮ ਦੇਖਦੇ ਹਾਂ। ਤੁਸੀਂ ਇਹ ਡਾਇਗਰਾਮ ਕਾਫੀ ਜਗ੍ਹਾ ਦੇਖੀ ਹੋਏਗੀ ਕਿ ਕੰਪਿਊਟਰ ਸਿਸਟਮ ਦੇ ਵਿੱਚ ਕੀ ਪਾਰਟਸ ਹੁੰਦੇ ਨੇ। ਸੋ ਬੇਸਿਕਲੀ ਇੱਕ ਜਨਰਲ ਕੰਪਿਊਟਰ ਦੇ ਵਿੱਚ ਆਪਾਂ ਕਿਹੜੇ ਪਾਰਟਸ ਦੇਖਦੇ ਹਾਂ। ਇਨਪੁਟ ਯੂਨਿਟ, CPU, आउटपुट यूनिट एंड मैमरी। ਇਹਦਾ ਮਤਲਬ ਕੀ ਹੈ ਕਿ ਕੰਪਿਊਟਰ ਸਭ ਤੋਂ ਪਹਿਲਾਂ ਇਨਪੁਟ ਲੈਂਦਾ ਹੈ, ਦੈਨ ਉਹਦੀ ਪ੍ਰੋਸੈਸਿੰਗ ਹੁੰਦੀ ਹੈ CPU ਦੇ ਅੰਡਰ, ਤੇ ਇਨ ਬਿਟਵੀਨ ਪ੍ਰੋਸੈਸਿੰਗ ਉਹ ਮੈਮਰੀ ਦਾ ਵੀ ਯੂਜ਼ ਕਰ ਸਕਦਾ ਹੈ, ਤੇ ਆਫਟਰ ਦੈਟ ਆਪਾਂ ਨੂੰ ਅਕੋਰਡਿੰਗਲੀ ਆਊਟਪੁੱਟ ਮਿਲਦੀ ਹੈ। ਸੋ ਇਹ ਹੋ ਗਈ ਇੱਕ ਜਨਰਲ ਕੰਪਿਊਟਰ ਦੀ ਬਲੌਕ ਡਾਇਗਰਾਮ। ਤਾਂ ਹੁਣ ਜਦੋਂ ਆਪਾਂ ਆਰਕੀਟੈਕਚਰ ਦੀ ਗੱਲ ਕਰਾਂਗੇ ਤਾਂ ਆਰਕੀਟੈਕਚਰ ਦੇ ਵਿੱਚ ਆਪਾਂ ਬੇਸਿਕਲੀ CPU ਦੀ ਗੱਲ ਕਰਾਂਗੇ, ਮਤਲਬ ਕਿ ਜਨਰਲ ਕੰਪਿਊਟਰ ਦੀ ਮਸ਼ੀਨ ਬਾਰੇ ਗੱਲ ਕਰਾਂਗੇ ਕਿ ਉਹਦੇ ਵਿੱਚ ਇੰਟਰਨਲੀ ਡੀਪਲੀ ਕੀ ਹੋਏਗਾ। ਸੋ ਦੇਖਦੇ ਹਾਂ ਆਪਾਂ। ਸੋ ਕੰਪਿਊਟਰ ਦਾ ਇੱਕ ਬੇਸਿਕ ਆਰਕੀਟੈਕਚਰ ਦੇਖੋ ਕੀ ਹੋਏਗਾ। ਕੰਪਿਊਟਰ ਦੇ ਵਿੱਚ ਉੱਦਾਂ ਹੀ ਬੇਸਿਕਲੀ ਕਿਹੜੇ ਪਾਰਟਸ ਹੋਣਗੇ। ਦੇਖੋ ਵੇਰੀਅਸ ਪਾਰਟਸ ਲਾਈਕ ਦੀ ਇਨਪੁਟ, ਆਊਟਪੁੱਟ ਡਿਵਾਈਸਿਸ, ਮੈਮਰੀ ਐਂਡ ਦੀ CPU। ਉਹੀ ਚਾਰ ਮੇਨ ਪਾਰਟਸ ਨੇ, ਇਨਪੁਟ ਡਿਵਾਈਸਿਸ, ਆਊਟਪੁੱਟ ਡਿਵਾਈਸਿਸ, ਮੈਮਰੀ ਐਂਡ CPU। ਜਦੋਂ ਸਾਰੇ ਇਕੱਠੇ ਮਿਲ ਕੇ ਕੰਮ ਕਰਦੇ ਹੈ ਤਾਂ ਉਹ ਕੀ ਬਣਾਉਂਦੇ ਇੱਕ ਕੰਪਿਊਟਰ ਸਿਸਟਮ। ਸੋ ਅਗਰ ਆਪਾਂ ਇੱਥੇ ਹੁਣ ਬੇਸਿਕ ਆਰਕੀਟੈਕਚਰ ਦੀ ਗੱਲ ਕਰਾਂਗੇ ਤਾਂ ਉੱਥੇ ਆਪਾਂ ਉਹ ਵਾਲੀ ਬਲੌਕ ਡਾਇਗਰਾਮ ਨਹੀਂ ਬਣਾਵਾਂਗੇ, ਤਾਂ ਉੱਥੇ ਇਹ ਵਾਲੀ ਡਾਇਗਰਾਮ ਬਣੇਗੀ ਜਿਹਦੇ ਵਿੱਚ ਦੇਖੋ ਕਿਹੜੇ ਪਾਰਟਸ ਹੋਣਗੇ। ਲੋਕੇਸ਼ਨ ਕਾਊਂਟਰ ਹੈ, ਲੋਕੇਸ਼ਨ ਕਾਊਂਟਰ ਨੂੰ ਆਪਾਂ ਪ੍ਰੋਗਰਾਮ ਕਾਊਂਟਰ ਵੀ ਬੋਲਾਂਗੇ। ਇਹਨੂੰ ਸਾਰੇ ਨੂੰ ਆਪਾਂ ਡਿਟੇਲ 'ਚ ਦੇਖਾਂਗੇ। ਇੱਥੇ ਇੰਸਟਰਕਸ਼ਨ ਰਜਿਸਟਰ ਹੈ, ਇੰਸਟਰਕਸ਼ਨ ਇੰਟਰਪ੍ਰੇਟਰ ਹੈ, ਕੁਛ ਇੱਕ ਰਜਿਸਟਰਸ ਹੁੰਦੇ ਨੇ CPU ਦੇ ਵਿੱਚ, ਠੀਕ ਹੈ। ਦੈਨ ਉੱਪਰ ਆਪਣੇ ਕੋਲ ਮੈਮਰੀ ਹੈ। ਮੈਮਰੀ ਦੇ ਵਿੱਚ ਕੀ ਹੈ, ਮੈਮਰੀ ਕੰਟਰੋਲਰ, ਮੈਮਰੀ ਐਡਰੈਸ ਰਜਿਸਟਰ ਐਂਡ ਮੈਮਰੀ ਬਫਰ ਰਜਿਸਟਰ। ਇਹਨਾਂ ਦੇ ਕੀ ਵਰਕਿੰਗ ਹੈ ਸਾਰਿਆਂ ਦੀ 1 by 1 ਆਪਾਂ ਦੇਖਦੇ ਹਾਂ। ਸੋ ਦੀ CPU ਕੰਸਿਸਟ ਆਫ ਐਨ ਇੰਸਟਰਕਸ਼ਨ ਇੰਟਰਪ੍ਰੇਟਰ, a location counter, an instruction register and various working registers and general purpose registers। ਸੋ ਇਹਨਾਂ ਦਾ ਕੀ ਕੰਮ ਹੁੰਦਾ ਦੇਖੋ। ਸਭ ਤੋਂ ਪਹਿਲਾਂ ਕੰਮ ਕਿੱਥੋਂ ਸਟਾਰਟ ਹੁੰਦਾ ਹੈ, ਇੰਸਟਰਕਸ਼ਨ ਇੰਟਰਪ੍ਰੇਟਰ। The instruction interpreter is a group of electrical circuit ਜਾਂ ਕੋਈ ਵੀ ਹਾਰਡਵੇਅਰ ਕਹਿ ਸਕਦੇ ਹਾਂ that performs the intent of instructions fetch from the main memory। ਮਤਲਬ ਕਿ ਇੰਸਟਰਕਸ਼ਨ ਇੰਟਰਪ੍ਰੇਟਰ ਨੇ ਕੀ ਕਰਨਾ ਹੈ, ਜੋ ਵੀ ਆਪਣੇ ਕੋਲ ਇੰਸਟਰਕਸ਼ਨ ਆ ਰਹੀ ਹੈ ਮੈਮਰੀ ਤੋਂ ਉਹਨੂੰ ਇੰਟਰਪ੍ਰੇਟ ਕਰਨਾ ਹੈ। ਇੰਟਰਪ੍ਰੇਟ ਕਰਨ ਦਾ ਮਤਲਬ ਕੀ ਹੈ ਕਿ ਉਹ ਇੰਸਟਰਕਸ਼ਨ ਨੂੰ ਸਮਝਣਾ ਹੈ ਕਿ ਉਹਦੇ ਨਾਲ ਆਪਾਂ ਕੰਮ ਕੀ ਕਰਨਾ ਹੈ। ਦੈਨ ਦੀ ਲੋਕੇਸ਼ਨ ਕਾਊਂਟਰ ਕਹਿ ਲਓ ਜਾਂ ਫਿਰ ਪ੍ਰੋਗਰਾਮ ਕਾਊਂਟਰ। The location counter also called the program counter or instruction counter। ਇਹਦਾ ਕੀ ਕੰਮ ਹੈ, it is a hardware memory device which denote the location of the current instruction being executed। ਇਹਦਾ ਮਤਲਬ ਕੀ ਹੈ, ਹੁਣ ਜਿਵੇਂ ਆਪਾਂ ਮੰਨ ਲਓ ਕੋਈ ਵੀ ਇੱਕ ਪ੍ਰੋਗਰਾਮ ਬਣਾ ਲਿਆ ਤਾਂ ਪ੍ਰੋਗਰਾਮ ਦੇ ਵਿੱਚ ਕੀ ਹੈ, ਸਭ ਤੋਂ ਪਹਿਲਾਂ ਫਸਟ ਇੰਸਟਰਕਸ਼ਨ ਐਗਜ਼ੀਕਿਊਟ ਹੁੰਦੀ ਹੈ, ਫਿਰ ਸੈਕਿੰਡ ਇੰਸਟਰਕਸ਼ਨ ਐਗਜ਼ੀਕਿਊਟ ਹੁੰਦੀ ਹੈ, ਫਿਰ ਥਰਡ, ਫੋਰਥ ਐਂਡ ਸੋ ਔਨ। ਕਈ ਵਾਰੀ ਕੀ ਹੁੰਦਾ, ਆਪਾਂ ਕਿਸੇ ਇੰਸਟਰਕਸ਼ਨ ਤੋਂ ਪ੍ਰੋਗਰਾਮ ਕਿਸੇ ਫੰਕਸ਼ਨ ਨੂੰ ਕਾਲ ਕੀਤਾ ਹੈ ਤਾਂ ਉਸ ਪਰਟੀਕੂਲਰ ਫੰਕਸ਼ਨ ਦੇ ਉੱਤੇ ਵੀ ਜੰਪ ਹੋ ਜਾਂਦਾ ਹੈ। ਤਾਂ ਉਸ ਤਰੀਕੇ ਨਾਲ ਜਿਹੜਾ ਲੋਕੇਸ਼ਨ ਕਾਊਂਟਰ ਹੈ ਉਹਨੇ ਉਹਦਾ ਟਰੈਕ ਰੱਖਣਾ ਹੈ ਕਿ ਉਹਨੇ ਇਸ ਟਾਈਮ 'ਤੇ ਪਰਟੀਕੂਲਰ ਕਿਹੜੀ ਇੰਸਟਰਕਸ਼ਨ ਨੂੰ ਐਗਜ਼ੀਕਿਊਟ ਕਰਨਾ ਹੈ। ਸੋ ਜਿਹੜੀ ਵੀ ਨੈਕਸਟ ਇੰਸਟਰਕਸ਼ਨ ਨੂੰ ਐਗਜ਼ੀਕਿਊਟ ਕਰਨਾ ਹੈ ਉਹਦਾ ਐਡਰੈਸ ਕਿਹਦੇ ਵਿੱਚ ਹੋਏਗਾ, ਲੋਕੇਸ਼ਨ ਕਾਊਂਟਰ ਦੇ ਵਿੱਚ, ਜਿਹੜਾ ਕਿ ਆਟੋਮੈਟਿਕਲੀ 1 by 1 ਇੰਕਰੀਜ਼ ਹੁੰਦਾ ਰਹਿੰਦਾ ਹੈ। ਅ ਕਾਪੀ ਆਫ ਦੀ ਕਰੰਟ ਇੰਸਟਰਕਸ਼ਨ ਇਜ਼ ਸਟੋਰਡ ਇਨ ਦੀ ਇੰਸਟਰਕਸ਼ਨ ਰਜਿਸਟਰ। ਹੁਣ ਦੇਖੋ ਲੋਕੇਸ਼ਨ ਕਾਊਂਟਰ ਦੇ ਵਿੱਚ ਤਾਂ ਕੀ ਹੈ, ਜਿਹੜੀ ਇੰਸਟਰਕਸ਼ਨ ਨੂੰ ਆਪਾਂ ਨੇ ਐਗਜ਼ੀਕਿਊਟ ਕਰਨਾ ਉਹਦਾ ਐਡਰੈਸ ਹੈ, ਬਟ ਇੰਸਟਰਕਸ਼ਨ ਕਿੱਥੇ ਸਟੋਰ ਹੋਏਗੀ, ਇੰਸਟਰਕਸ਼ਨ ਰਜਿਸਟਰ ਦੇ ਵਿੱਚ। ਕਿ ਜੋ ਵੀ ਇੰਸਟਰਕਸ਼ਨ ਆਪਾਂ ਨੇ ਐਗਜ਼ੀਕਿਊਟ ਕਰਨੀ ਹੈ ਉਹ ਕਿੱਥੇ ਸਟੋਰ ਹੋਏਗੀ, ਇੰਸਟਰਕਸ਼ਨ ਰਜਿਸਟਰ ਦੇ ਵਿੱਚ। ਦੀ ਵਰਕਿੰਗ ਰਜਿਸਟਰਸ ਆਰ ਮੈਮਰੀ ਡਿਵਾਈਸਿਸ ਦੈਟ ਸਰਵ ਐਜ਼ ਸਕ੍ਰੈਚ ਪੈਡਸ ਫॉर ਦੀ ਇੰਸਟਰਕਸ਼ਨ ਇੰਟਰਪ੍ਰੇਟਰ। ਵਰਕਿੰਗ ਰਜਿਸਟਰਸ ਕੀ ਨੇ, ਕਿਹਦੇ ਲਈ ਯੂਜ਼ ਹੁੰਦੇ ਨੇ, ਉਹ ਇੰਸਟਰਕਸ਼ਨ ਇੰਟਰਪ੍ਰੇਟਰ ਯੂਜ਼ ਕਰੇਗਾ ਉਹਨਾਂ ਨੂੰ ਕੋਈ ਵੀ ਆਪਣੇ ਜਨਰਲ ਪਰਪਸ ਕੰਮ ਲਈ। ਦੈਨ ਦੀ ਜਨਰਲ ਰਜਿਸਟਰਸ ਆਰ ਯੂਜ਼ਡ ਬਾਈ ਦੀ ਪ੍ਰੋਗਰਾਮਰ ਐਜ਼ ਸਟੋਰੇਜ ਲੋਕੇਸ਼ਨਸ ਐਂਡ ਫॉर ਸਪੈਸ਼ਲ ਫੰਕਸ਼ਨਸ। ਜਿਹੜੇ ਜਨਰਲ ਰਜਿਸਟਰਸ ਨੇ ਉਹਨੂੰ ਇੱਕ ਪ੍ਰੋਗਰਾਮਰ ਯੂਜ਼ ਕਰੂਗਾ ਆਪਣੇ ਪ੍ਰੋਗਰਾਮ। ਜਿੱਦਾਂ ਆਪਾਂ ਮੰਨ ਲਓ ਲਿਖਦੇ ਹਾਂ ਇੰਟ ABC, ਤਾਂ ਜਿਹੜੀ ਉਹ ABC ਰਜਿਸਟਰ ਜੋ ਵੀ ਮੈਮਰੀ ਲੋਕੇਸ਼ਨਸ ਨੇ ਉਹ ਉਹਨਾਂ ਦੇ ਕੰਟੈਂਟ ਕਿੱਥੇ ਜਾ ਕੇ ਸਟੋਰ ਹੋਏਗਾ, ਜਨਰਲ ਰਜਿਸਟਰਸ ਦੇ ਵਿੱਚ ਸਟੋਰ ਹੋਏਗਾ। ਦੀ ਪ੍ਰਾਇਮਰੀ ਇੰਟਰਫੇਸ ਬਿਟਵੀਨ ਦੀ ਮੈਮਰੀ ਐਂਡ ਦੀ CPU ਇਜ਼ ਵਾਇਆ ਦੀ ਮੈਮਰੀ ਐਡਰੈਸ ਰਜਿਸਟਰ ਐਂਡ ਦੀ ਮੈਮਰੀ ਬਫਰ ਰਜਿਸਟਰ। ਯਾਨੀ ਕਿ ਹੁਣ ਜਿਹੜਾ ਇਹ CPU ਹੈ, CPU ਤੇ ਮੈਮਰੀ ਦੇ ਵਿੱਚ ਜੋ ਵੀ ਇੰਟਰਫੇਸ ਹੈ, ਜੋ ਵੀ ਕਮਿਊਨੀਕੇਸ਼ਨ ਹੈ ਉਹ ਕਿਹਦੇ ਥਰੂ ਹੋ ਰਹੀ ਹੈ, ਮੈਮਰੀ ਐਡਰੈਸ ਰਜਿਸਟਰਸ ਐਂਡ ਮੈਮਰੀ ਬਫਰ ਰਜਿਸਟਰ ਦੇ ਥਰੂ।
ਸੋ ਇਹਨਾਂ ਦੋਨਾਂ ਰਜਿਸਟਰਸ ਦੇ ਥਰੂ ਕੋਈ ਵੀ ਇੰਟਰੈਕਸ਼ਨ ਹੋ ਰਹੀ ਹੈ CPU ਤੇ ਮੈਮਰੀ ਯੂਨਿਟ ਦੇ ਵਿੱਚ। ਸੋ MAR ਕੀ ਹੈ? ਮੈਮਰੀ ਐਡਰੈਸ ਰਜਿਸਟਰ। ਇੱਥੋਂ ਆਪਾਂ ਨਾਮ ਤੋਂ ਹੀ ਪਤਾ ਲੱਗ ਰਿਹਾ ਮੈਮਰੀ ਐਡਰੈਸ ਰਜਿਸਟਰ ਦੇ ਵਿੱਚ ਕੀ ਹੋਏਗਾ? ਐਡਰੈਸ ਹੋਏਗਾ। ਮੈਮਰੀ ਐਡਰੈਸ ਰਜਿਸਟਰ ਕੰਟੇਨਸ ਦੀ ਐਡਰੈਸ ਆਫ ਦੀ ਮੈਮਰੀ ਲੋਕੇਸ਼ਨ that is to be read from or stored into, ਮਤਲਬ ਕਿ MAR ਦੇ ਵਿੱਚ ਉਸ ਮੈਮਰੀ ਲੋਕੇਸ਼ਨ ਦਾ ਐਡਰੈਸ ਹੋਏਗਾ ਜਿੱਥੋਂ ਆਪਾਂ ਕੋਈ ਵੀ ਡਾਟਾ ਰੀਡ ਕਰਨਾ ਹੈ ਜਾਂ ਜਿੱਥੇ ਕੋਈ ਵੀ ਡਾਟਾ ਆਪਾਂ ਨੇ ਸਟੋਰ ਕਰਨਾ ਹੈ। ਨੈਕਸਟ ਹੈ ਮੈਮਰੀ ਬਫਰ ਰਜਿਸਟਰ। ਮੈਮਰੀ ਬਫਰ ਰਜਿਸਟਰ ਕੰਟੇਨਸ ਦੀ ਕਾਪੀ ਆਫ ਦੀ ਡੈਜ਼ਿਗਨੇਟਡ ਮੈਮਰੀ ਲੋਕੇਸ਼ਨ ਸਪੈਸੀਫਾਈਡ ਬਾਈ ਦੀ ਮੈਮਰੀ ਐਡਰੈਸ ਰਜਿਸਟਰ। ਯਾਨੀ ਕਿ ਮੈਮਰੀ ਐਡਰੈਸ ਰਜਿਸਟਰ ਤੋਂ ਆਪਾਂ ਨੂੰ ਜੋ ਵੀ ਐਡਰੈਸ ਮਿਲ ਰਿਹਾ ਲੋਕੇਸ਼ਨ ਦਾ, ਉਸ ਲੋਕੇਸ਼ਨ ਦਾ ਜੋ ਕੰਟੈਂਟ ਹੈ ਉਹ ਕਿਹਦੇ ਵਿੱਚ ਹੋਏਗਾ? ਮੈਮਰੀ ਬਫਰ ਰਜਿਸਟਰ। ਹੁਣ ਸਪੋਜ਼ ਕਰੋ ਆਪਣੇ ਕੋਲ ਇੱਕ ਇੰਟੀਜ਼ਰ A ਹੈ, ਯਾਨੀ ਕਿ ਮੈਮਰੀ ਲੋਕੇਸ਼ਨ ਦਾ ਨਾਮ ਕੀ ਹੋ ਗਿਆ? A, ਤੇ ਉਹਦੇ ਵਿੱਚ ਕੋਈ ਵੈਲਿਊ ਪਈ ਹੈ 20। ਤਾਂ MAR ਦੇ ਵਿੱਚ ਕੀ ਹੋਏਗਾ? ਉਸ A ਜਿਹੜਾ ਮੈਮਰੀ ਹੈ ਉਹਦਾ ਐਡਰੈਸ ਹੋਏਗਾ, ਤੇ MBR ਦੇ ਵਿੱਚ ਕੀ ਹੋਏਗਾ? ਉਹਦਾ ਕੰਟੈਂਟ ਯਾਨੀ ਕਿ 20। ਸੋ the memory controller is a hardware that transfer data between the MBR and the core memory location, the address of which is in the MAR। यानी कि मैमरी कंट्रोलर ने की करना है? जो भी उन्होंने विच डाटा नू ट्रांसफर करना है एक जगह तो दूसरी जगह, वो कौन करेगा? मैमरी कंट्रोलर। नैक्सट है दी इनपुट आउटपुट चैनल्स। इनपुट आउटपुट चैनल्स की ने? जेडे कि कोई भी कम्युनिकेशन करनगे, कोई इनपुट देनी है अपने या आउटपुट लैनी है, तो वो लिए की यूज होएगा? इनपुट आउटपुट चैनल्स। सो इनपुट आउटपुट चैनल्स आर सैपरेट डिवाइसेस विच इंटरप्रेट स्पैशल इंस्ट्रक्शंस फॉर इनपुटिंग एंड आउटपुटिंग इंफॉर्मेशन फ्रॉम दी मैमरी। यानी कि इनपुट आउटपुट चैनल्स के थ्रू ਆਪਾਂ ਕੋਈ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਜਾਂ ਕੋਈ ਵੀ ਡਿਵਾਈਸ ਨੂੰ ਆਪਾਂ ਇਨਪੁਟ ਦੇ ਸਕਦੇ ਹਾਂ ਤੇ ਉੱਥੋਂ ਕੋਈ ਵੀ ਆਉਟਪੁੱਟ ਲੈ ਸਕਦੇ ਹਾਂ। ਸੋ ਇਹ ਸੀ ਆਪਣਾ ਬੇਸਿਕ ਆਰਕੀਟੈਕਚਰ ਆਫ ਦੀ ਕੰਪਿਊਟਰ, ਜਿਹਦੇ ਵਿੱਚ ਆਪਾਂ ਡਿਫਰੈਂਟ ਇਹ ਟਰਮਸ ਦੇਖਦੇ ਹਾਂ ਜਿਨ੍ਹਾਂ ਨੂੰ ਸਾਰਿਆਂ ਨੂੰ ਮਿਲਾ ਕੇ ਕੀ ਬਣਦਾ? ਇੱਕ ਆਰਕੀਟੈਕਚਰ ਬਣਦਾ। ਨੈਕਸਟ ਹੈ ਬੱਸ ਸਟਰਕਚਰ। ਬੱਸ ਸਟਰਕਚਰ ਦਾ ਕੀ ਮੀਨਿੰਗ ਹੈ? ਇਹ ਇੱਕ ਡਿਫਰੈਂਟ ਟੌਪਿਕ ਹੈ। ਕੰਪਿਊਟਰ ਦੇ ਵਿੱਚ ਦੇਖੋ ਕਾਫੀ ਤਰ੍ਹਾਂ ਦੀਆਂ ਵਾਇਰਸ ਹੁੰਦੀਆਂ ਨੇ ਜਿਹੜੀਆਂ ਕਿ ਡਾਟਾ ਨੂੰ ਜਾਂ ਸਿਗਨਲ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਂਦੀਆਂ ਨੇ। ਸੋ ਜਦੋਂ ਵੀ ਕੋਈ ਸਿਗਨਲ ਇੱਕ ਜਗ੍ਹਾ ਤੋਂ ਕੋਈ ਵੀ ਸਿਗਨਲ ਹੈ ਉਹ ਕਿਹਦੇ ਥਰੂ ਟਰਾਂਸਫਰ ਹੁੰਦਾ ਹੈ? ਵਾਇਰਸ ਦੇ ਥਰੂ ਟਰਾਂਸਫਰ ਹੁੰਦਾ ਹੈ। ਤਾਂ ਟੈਕਨੀਕਲੀ ਲੈਂਗੁਏਜ 'ਚ ਜਾਂ ਕੰਪਿਊਟਰ ਲੈਂਗੁਏਜ 'ਚ ਆਪਾਂ ਉਹਨਾਂ ਨੂੰ ਵਾਇਰਸ ਨੂੰ ਕੀ ਬੋਲਦੇ ਹਾਂ? ਬੱਸ। ਸੋ ਇਹ ਬੱਸ ਇਜ਼ ਏ ਗਰੁੱਪ ਆਫ ਸਿਗਨਲਸ ਰਨਿੰਗ ਕਾਮਨ ਟੂ ਸੈਵਰਲ ਹਾਰਡਵੇਅਰ ਯੂਨਿਟਸ। The signals are divided into 3 different types। ਜਿਹੜੇ ਸਿਗਨਲਸ ਨੇ ਕੰਪਿਊਟਰ ਦੇ ਵਿੱਚ ਜਿਹੜੇ ਵੀ ਸਿਗਨਲ ਕੈਰੀ ਹੋ ਰਹੇ ਨੇ ਉਹਨੂੰ ਆਪਾਂ 3 ਕੈਟੇਗਰੀਜ਼ 'ਚ ਡਿਵਾਈਡ ਕਰ ਸਕਦੇ ਹਾਂ। ਐਡਰੈਸ ਸਿਗਨਲਸ, ਡਾਟਾ ਬੱਸ ਸਿਗਨਲਸ ਐਂਡ ਕੰਟਰੋਲ ਬੱਸ ਸਿਗਨਲਸ। ਯਾਨੀ ਕਿ 3 ਤਰ੍ਹਾਂ ਦੇ ਸਿਗਨਲਸ ਹੋਣਗੇ। ਜੇ ਤਾਂ ਉਸ ਵਾਇਰ ਦੇ ਵਿੱਚ ਜਾਂ ਉਸ ਬੱਸਿਸ ਦੇ ਵਿੱਚ ਐਡਰੈਸ ਕੈਰੀ ਕਰ ਰਹੇ ਆ ਤਾਂ ਆਪਾਂ ਉਹਨੂੰ ਐਡਰੈਸ ਸਿਗਨਲਸ ਬੋਲਾਂਗੇ। ਜੇ ਉਸ ਵਾਇਰਸ ਜਾਂ ਬੱਸਿਸ ਦੇ ਵਿੱਚ ਡਾਟਾ ਕੈਰੀ ਹੋ ਰਿਹਾ ਹੈ ਤਾਂ ਆਪਾਂ ਉਹਨੂੰ ਡਾਟਾ ਸਿਗਨਲਸ ਬੋਲਾਂਗੇ। ਜੇ ਉਹਨਾਂ ਦੇ ਵਿੱਚ ਕੋਈ ਕੰਟਰੋਲ ਸਿਗਨਲ ਕੈਰੀ ਹੋ ਰਹੇ ਨੇ ਤਾਂ ਆਪਾਂ ਉਹਨਾਂ ਨੂੰ ਕੰਟਰੋਲ ਸਿਗਨਲਸ ਬੋਲਦੇ ਹਾਂ। ਸੋ ਐਡਰੈਸ ਬੱਸ ਕੀ ਹੈ? ਦੀ ਐਡਰੈਸ ਬੱਸ ਇਜ਼ ਯੂਜ਼ਡ ਫॉर 2 ਡਿਫਰੈਂਟ ਪਰਪਸਿਸ। ਬੇਸਿਕਲੀ ਐਡਰੈਸ ਬੱਸ ਦੇ 2 ਪਰਪਸ ਨੇ, 2 ਪਰਪਸ ਲਈ ਯੂਜ਼ ਕੀਤਾ ਜਾਂਦਾ ਹੈ। ਫਸਟ ਪਰਪਸ ਇਜ਼ ਟੂ ਕੈਰੀ ਦਾ ਮੈਮਰੀ ਐਡਰੈਸ ਵਾਈਲ ਰੀਡਿੰਗ ਫਰੋਮ ਔਰ ਰਾਈਟਿੰਗ ਇਨਟੂ ਮੈਮਰੀ। ਸੋ ਐਡਰੈਸ ਬੱਸ ਆਪਾਂ ਨੂੰ ਪਤਾ ਹੈ ਕਿ ਐਡਰੈਸ ਬੱਸ ਦੇ ਵਿੱਚ ਕੀ ਕੈਰੀ ਹੋਏਗਾ? ਐਡਰੈਸ ਹੋਏਗਾ, ਤੇ ਉਹਦੇ ਵਿੱਚ ਆਪਾਂ ਕਿਹਦਾ ਐਡਰੈਸ ਕੈਰੀ ਕਰ ਸਕਦੇ ਹਾਂ? ਮੈਮਰੀ ਦਾ ਐਡਰੈਸ। So to carry memory address while reading from or writing into memory, मतलब कि ਆਪਾਂ ਨੇ ਮੈਮਰੀ ਤੋਂ ਕੋਈ ਵੀ ਡਾਟਾ ਰੀਡ ਕਰਵਾਉਣਾ ਹੈ ਜਾਂ ਫਿਰ ਮੈਮਰੀ 'ਚ ਕੋਈ ਵੀ ਡਾਟਾ ਰਾਈਟ ਕਰਨਾ ਹੈ ਤਾਂ ਉਹਦਾ ਐਡਰੈਸ ਕਿਹਦੇ ਵਿੱਚ ਹੋਏਗਾ? ਐਡਰੈਸ ਬੱਸਿਸ ਦੇ ਵਿੱਚ। ਉਸੇ ਤਰੀਕੇ ਨਾਲ ਨੈਕਸਟ ਜਿਹੜਾ ਇਹਦਾ ਪਰਪਸ ਹੈ, ਨੈਕਸਟ ਹੈ ਟੂ ਕੈਰੀ ਇਨਪੁਟ ਆਊਟਪੁਟ ਪੋਰਟ ਐਡਰੈਸ। ਹੁਣ ਦੇਖੋ ਆਪਾਂ ਜੋ ਵੀ ਡਾਟਾ ਇਨਪੁਟ ਲੈਣਾ ਹੈ, ਸਪੋਜ਼ ਕਰੋ ਆਪਾਂ ਮੈਮਰੀ ਤੋਂ ਨਹੀਂ ਲੈਣਾ, ਆਪਾਂ ਉਹ ਡਾਟਾ ਕਿੱਥੋਂ ਲੈ ਰਹੇ ਹਾਂ? ਡਾਇਰੈਕਟਲੀ ਇਨਪੁਟ ਆਊਟਪੁੱਟ ਡਿਵਾਈਸਿਸ ਤੋਂ ਲੈ ਰਹੇ ਹਾਂ, ਤਾਂ ਉਹਦਾ ਵੀ ਐਡਰੈਸ ਕਿਹਦੇ ਥਰੂ ਕੈਰੀ ਹੋਏਗਾ? ਐਡਰੈਸ ਬੱਸਿਸ ਦੇ ਥਰੂ। ਟੂ ਕੈਰੀ ਇਨਪੁਟ ਆਊਟਪੁੱਟ ਪੋਰਟ ਐਡਰੈਸ or device address while sending or reading data to or from input output port। port ਦਾ ਮਤਲਬ ਕੀ ਹੈ ਕਿ ਜਿਸ ਜਿਹੜੇ ਲੋਕੇਸ਼ਨ ਦੇ ਥਰੂ ਉਹ ਡਿਵਾਈਸ ਕੰਪਿਊਟਰ ਨਾਲ ਕਨੈਕਟ ਹੋਈ ਹੋਈ ਹੈ। ਸੋ ਆਪਾਂ ਐਡਰੈਸ ਬੱਸ ਦੇ ਵਿੱਚ 2 ਚੀਜ਼ਾਂ ਦਾ ਐਡਰੈਸ ਕੈਰੀ ਕਰ ਸਕਦੇ ਹਾਂ, ਜਾਂ ਤਾਂ ਇਨਪੁਟ ਆਊਟਪੁੱਟ ਡਿਵਾਈਸਿਸ ਦਾ ਜਾਂ ਫਿਰ ਮੈਮਰੀ ਦਾ। ਨੈਕਸਟ ਹੈ ਡਾਟਾ ਬੱਸ। ਡਾਟਾ ਬੱਸ ਕੀ ਹੁੰਦੀ ਹੈ? ਡਾਟਾ ਬੱਸ ਦੇ ਵਿੱਚ ਕੋਈ ਵੀ ਡਾਟਾ ਕੈਰੀ ਕਰੇਗਾ, ਉਹ ਡਾਟਾ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ, ਉਹ ਇੰਸਟਰਕਸ਼ਨ ਵੀ ਹੋ ਸਕਦੀ ਹੈ, ਕੋਈ ਓਪਰੈਂਡਸ ਹੋ ਸਕਦੇ ਨੇ, ਕੋਈ ਕਮਾਂਡ ਹੋ ਸਕਦੀ ਹੈ, ਉਹ ਕਿਸੇ ਵੀ ਤਰ੍ਹਾਂ ਦਾ ਡਾਟਾ ਹੋ ਸਕਦਾ ਹੈ। ਜਿਹੜੇ ਕਿ ਜ਼ਿਆਦਾਤਰ ਯੂਜ਼ ਹੋਏਗੀ ਉਹ ਕੀ ਹੈ? ਡਾਟਾ ਬੱਸ।
The data bus is a bi-directional bus and is used to achieve the following. ਕਿਹੜੇ purpose ਲਈ use ਹੁੰਦੀ ਹੈ data bus ਦੇਖੋ, to fetch the instruction from memory. ਮੈਮਰੀ ਤੋਂ ਕੋਈ ਵੀ ਇੰਸਟਰਕਸ਼ਨ ਨੂੰ ਫੈਚ ਕਰਨ ਵਾਸਤੇ, ਯਾਨੀ ਕਿ ਕਿਹੜੀ ਇੰਸਟਰਕਸ਼ਨ ਆਪਾਂ ਨੇ ਐਗਜ਼ੀਕਿਊਟ ਕਰਨੀ ਹੈ ਉਹਨੂੰ ਫੈਚ ਕਰਨ ਲਈ ਆਪਾਂ ਯੂਜ਼ ਕਰਾਂਗੇ ਡਾਟਾ ਬਸ। ਟੂ ਫੈਚ ਓਪਰੈਂਡ ਆਫ ਐਨ ਇੰਸਟਰਕਸ਼ਨ ਫਰੋਮ ਮੈਮਰੀ। ਕਿਸੇ ਵੀ ਇੰਸਟਰਕਸ਼ਨ ਦੇ ਵਿੱਚ ਕੁਝ ਕੁ ਓਪਰੈਂਡਸ ਹੁੰਦੇ ਨੇ। ਓਪਰੈਂਡਸ ਦਾ ਮਤਲਬ ਕੀ ਹੈ, ਸਪੋਜ਼ ਤੁਸੀਂ ਲਿਖਿਆ c = 5 + 10, ਤਾਂ ਜਿਹੜਾ ਉਹ ਐਡੀਸ਼ਨ ਆਪਰੇਸ਼ਨ ਲਗਾਉਣਾ ਹੈ ਉਹ ਆਪਾਂ ਕਿਹਦੇ ਉੱਤੇ ਲਗਾ ਰਹੇ ਹਾਂ, 5 and 10 ਦੇ ਉੱਤੇ। ਤਾਂ 5 ਤੇ 10 ਕੀ ਨੇ ਉੱਥੇ, ਓਪਰੈਂਡਸ ਹੋ ਗਏ। So to fetch operands of an instruction from memory, to store the results of an instruction into memory। ਹੁਣ ਜਦੋਂ 5 ਤੇ 10 ਨੂੰ ਐਡ ਕਰ ਲਿਆ ਤਾਂ ਆਪਾਂ ਉਹਨੂੰ ਕਿਹਦੇ ਵਿੱਚ ਸਟੋਰ ਕਰਵਾਉਣਾ ਹੈ, C ਦੇ ਵਿੱਚ। ਤਾਂ ਇੱਥੇ C ਦੇ ਵਿੱਚ ਯਾਨੀ ਕਿ ਮੈਮਰੀ ਦੇ ਵਿੱਚ ਉਹ ਰਿਜ਼ਲਟ ਨੂੰ ਸਟੋਰ ਕਰਵਾਉਣ ਲਈ ਵੀ ਆਪਾਂ ਡਾਟਾ ਬੱਸ ਯੂਜ਼ ਕਰਾਂਗੇ, ਕਿਉਂਕਿ ਡਾਟਾ ਬੱਸ ਦੇ ਥਰੂ ਹੀ ਡਾਟਾ ਟ੍ਰਾਂਸਫਰ ਹੋਏਗਾ। To send a command to an IO device, controller or port। ਕਿਸੇ ਵੀ ਇਨਪੁਟ ਆਊਟਪੁੱਟ ਡਿਵਾਈਸ ਨੂੰ ਕਮਾਂਡ ਦੇਣੀ ਕਿ ਆਪਾਂ ਨੇ ਕੋਈ ਵੀ ਉਸ ਤੋਂ ਇਨਪੁਟ ਲੈਣੀ ਹੈ ਜਾਂ ਆਊਟਪੁੱਟ ਦੇਣੀ ਹੈ। ਟੂ ਰੀਡ ਦੀ ਸਟੇਟਸ ਫਰੋਮ ਐਨ ਆਈਓ ਡਿਵਾਈਸ, ਕੰਟਰੋਲਰ ਔਰ ਪੋਰਟ। ਇਨਪੁਟ ਆਊਟਪੁੱਟ ਡਿਵਾਈਸ ਦਾ ਸਟੇਟਸ ਦੇਖਣ ਲਈ ਵੀ ਆਪਾਂ ਯੂਜ਼ ਕਰਾਂਗੇ। ਟੂ ਰੀਡ ਡਾਟਾ ਫਰੋਮ ਏ ਡਿਵਾਈਸ, ਕੰਟਰੋਲਰ ਔਰ ਪੋਰਟ। ਕਿਸੇ ਵੀ ਡਿਵਾਈਸ ਤੋਂ ਕੋਈ ਡਾਟਾ ਰੀਡ ਕਰਨ ਵਾਸਤੇ ਯੂਜ਼ ਕਰ ਸਕਦੇ ਹਾਂ। ਟੂ ਇਸ਼ੂ ਡਾਟਾ ਟੂ ਏ ਡਿਵਾਈਸ ਕੰਟਰੋਲਰ। ਕਿਸੇ ਵੀ ਡਿਵਾਈਸ ਕੰਟਰੋਲਰ ਜਾਂ ਪੋਰਟ ਨੂੰ ਡਾਟਾ ਇਸ਼ੂ ਕਰਨ ਵਾਸਤੇ, ਯਾਨੀ ਕਿ ਕੋਈ ਆਊਟਪੁੱਟ ਦੇਣੀ ਹੈ ਤਾਂ ਉਹਨੂੰ ਡਾਟਾ ਇਸ਼ੂ ਕਰਨਾ ਪਏਗਾ, ਤਾਂ ਉੱਥੇ ਵੀ ਆਪਾਂ ਡਾਟਾ ਬੱਸ ਯੂਜ਼ ਕਰਾਂਗੇ। ਸੋ ਨੈਕਸਟ ਥਰਡ ਟਾਈਪ ਹੈ ਕੰਟਰੋਲ ਬੱਸ। ਕੰਟਰੋਲ ਬੱਸ ਦਾ ਕੀ ਮੀਨਿੰਗ ਹੈ ਕਿ ਕੋਈ ਵੀ ਕੰਟਰੋਲ ਸਿਗਨਲਸ ਆਪਾਂ ਨੇ ਕੈਰੀ ਕਰਵਾਉਣੇ ਹੈ। ਕੋਈ ਵੀ ਕੰਟਰੋਲ ਸਿਗਨਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਸੈਂਡ ਕਰਨਾ ਹੈ। ਮੈਮਰੀ ਨੇ ਕਿਸੇ ਇਨਪੁਟ ਆਊਟਪੁੱਟ ਡਿਵਾਈਸ ਨੂੰ ਸੈਂਡ ਕਰਨਾ ਹੈ ਜਾਂ CPU ਨੇ ਕਿਸੇ ਮੈਮਰੀ ਨੂੰ ਸੈਂਡ ਕਰਨਾ ਕੋਈ ਵੀ ਕੰਟਰੋਲ ਸਿਗਨਲ, ਤਾਂ ਉੱਥੇ ਆਪਾਂ ਕੰਟਰੋਲ ਬੱਸਿਸ ਯੂਜ਼ ਕਰਾਂਗੇ। ਤਾਂ ਦੇਖੋ ਬੇਸਿਕਲੀ ਕਿਹੜੇ ਕੰਟਰੋਲ ਸਿਗਨਲਸ ਹੋ ਸਕਦੇ ਆ। ਫਸਟ ਹੈ ਮੈਮਰੀ ਰੀਡ। ਮੈਮਰੀ ਰੀਡ ਯਾਨੀ ਕਿ ਨਾਮ ਤੋਂ ਆਪਾਂ ਨੂੰ ਪਤਾ ਲੱਗ ਰਿਹਾ ਹੈ ਕਿਸੇ ਮੈਮਰੀ ਤੋਂ ਕੋਈ ਵੀ ਕੰਟੈਂਟ ਰੀਡ ਕਰਨਾ। ਸਪੋਜ਼ ਆਪਾਂ ਲਿਖਿਆ c = a + b, ਤਾਂ ਹੁਣ a ਦੀ ਵੈਲਿਊ ਕੀ ਹੈ ਤੇ b ਦੀ ਵੈਲਿਊ ਕੀ ਹੈ, ਉਹ ਦੋਨੋਂ ਆਪਾਂ ਨੂੰ ਕਿੱਥੋਂ ਪਤਾ ਲੱਗੇਗਾ, ਜਦੋਂ ਆਪਾਂ ਉਹ a ਤੇ b ਦੀ ਮੈਮਰੀ ਨੂੰ ਰੀਡ ਕਰਾਂਗੇ। ਹੋ ਸਕਦਾ a ਦੇ ਵਿੱਚ 10 ਵੈਲਿਊ ਹੋਵੇ, b 'ਚ ਹੋ ਸਕਦਾ 20 ਹੋਵੇ, ਹੋ ਸਕਦਾ 50 ਹੋਵੇ, ਉਹ ਕੋਈ ਵੀ ਵੈਲਿਊ ਹੋ ਸਕਦੀ ਹੈ। ਤਾਂ ਉਹਦੇ ਲਈ ਆਪਾਂ ਕਿਹੜਾ ਸਿਗਨਲ ਯੂਜ਼ ਕਰਾਂਗੇ, ਮੈਮਰੀ ਰੀਡ। So this signal is issued by the CPU or DMA controller when performing a read operation with the memory। यानी कि कोई भी मैमरी तो अपन ने जो रीड ऑपरेशन परफॉर्म करना है तो आप केड़ा सिग्नल यूज करांगे, मैमरी रीड। इसी तरीके नाल मैमरी राइट है। हुण सपोज करो c = a + b लिखिया है तो a ते b नूं ऐड करके वो जिहड़ा रिजल्ट आएगा आपां किहदे विच स्टोर करना है या कह सकते हैं किहदे विच राइट करना है, c दे विच। तो वो c भी एक मैमरी है, तो मैमरी च आपां ने हुण रिजल्ट नूं राइट करना है, तो उहदे लई आपां सिग्नल यूज करांगे मैमरी राइट। This signal is issued by the CPU or DMA controller when performing a write operation with the memory। So ਜਦੋਂ ਵੀ ਆਪਾਂ ਕਿਸੇ ਮੈਮਰੀ ਨਾਲ ਰਾਈਟ ਆਪਰੇਸ਼ਨ ਪਰਫਾਰਮ ਕਰਨਾ ਹੈ ਤਾਂ ਆਪਾਂ ਕਿਹੜਾ ਸਿਗਨਲ ਯੂਜ਼ ਕਰਾਂਗੇ, ਮੈਮਰੀ ਰਾਈਟ। ਹੁਣ ਮੈਮਰੀ ਤੋਂ ਵੀ ਆਪਾਂ ਡਾਟਾ ਲੈ ਸਕਦੇ ਹਾਂ ਜਾਂ ਦੇ ਸਕਦੇ ਹਾਂ, ਉਸੇ ਤਰੀਕੇ ਨਾਲ ਇਨਪੁਟ ਆਊਟਪੁੱਟ ਡਿਵਾਈਸ ਤੋਂ ਵੀ ਆਪਾਂ ਡਾਟਾ ਡਾਇਰੈਕਟਲੀ ਰੀਡ ਕਰਵਾ ਸਕਦੇ ਹਾਂ, ਜਿਹਦੇ ਕਿ ਕੀਬੋਰਡ ਹੈ, ਮਾਊਸ ਹੈ। ਉਸੇ ਤਰੀਕੇ ਨਾਲ ਆਪਾਂ ਰਾਈਟ ਯਾਨੀ ਕਿ ਜਿੱਦਾਂ ਮੋਨੀਟਰ ਦੇ ਉੱਤੇ ਆਪਾਂ ਕੁਝ ਵੀ ਪ੍ਰਿੰਟ ਕਰਵਾਉਂਦੇ ਹਾਂ ਤਾਂ ਆਪਾਂ ਰਾਈਟ ਆਪਰੇਸ਼ਨ ਯੂਜ਼ ਕਰ ਸਕਦੇ ਹਾਂ। ਤਾਂ ਉੱਥੇ ਕਿਹੜੇ ਸਿਗਨਲ ਯੂਜ਼ ਕਰਾਂਗੇ ਆਪਾਂ, IO read and IO write। So this signal is issued by the CPU when it is reading from an input port। So ਜਦੋਂ ਵੀ ਆਪਾਂ ਕਿਸੇ input device ਤੋਂ ਕੋਈ data read ਕਰਵਾਣਾ ਹੈ ਤਾਂ ਆਪਾਂ ਇਹ signal use ਕਰਾਂਗੇ। The input port addressed by the CPU places its data on the data bus। यानी कि suppose ਕਰੋ CPU ਨੇ data input ਕਰਵਾਣਾ ਹੈ keyboard ਤੋਂ, ਤਾਂ ਹੁਣ keyboard ਤੋਂ ਜਦੋਂ ਤੁਸੀਂ A press ਕਰੋਗੇ ਤਾਂ ਉਹ keyboard ਕੀ ਕਰੇਗਾ, A ਨੂੰ ਕਿਹਦੇ ਉੱਤੇ place ਕਰੇਗਾ, ਡਾਟਾ ਬੱਸ ਦੇ ਉੱਤੇ। ਦੈਨ ਉਹ ਡਾਟਾ ਬੱਸ ਜਿੱਥੇ ਵੀ ਉਹ ਡਾਟਾ ਲੈ ਕੇ ਜਾਣਾ ਹੈ, A ਨੂੰ ਜਿੱਥੇ ਵੀ ਲੈ ਕੇ ਜਾਣਾ ਹੈ ਉਹ ਕੈਰੀ ਕਰੇਗੀ। ਨੈਕਸਟ ਹੈ IO write। This signal is issued by the CPU when writing into an output port। So the output port which is addressed by the CPU receives the data from the data bus। ਹੁਣ ਸਪੋਜ਼ ਕਰੋ CPU ਨੇ ਕੋਈ ਵੀ ਮੈਸੇਜ ਪ੍ਰਿੰਟ ਕਰਵਾਉਣਾ ਹੈ ਸਕਰੀਨ ਦੇ ਉੱਤੇ, ਤਾਂ ਉਹ ਸਕਰੀਨ ਕੀ ਹੋਗੀ, ਆਊਟਪੁੱਟ ਪੋਰਟ। ਠੀਕ ਹੈ, ਆਊਟਪੁੱਟ ਪੋਰਟ ਕੀ ਕਰੇਗੀ, ਡਾਟਾ ਨੂੰ ਰਿਸੀਵ ਕਰੇਗੀ CPU ਤੋਂ, ਤੇ ਜੋ ਵੀ ਉਹਦਾ ਕੰਮ ਹੈ ਅਗਰ ਮੋਨੀਟਰ ਦੇ ਉੱਤੇ ਪ੍ਰਿੰਟ ਕਰਵਾਉਣਾ ਹੈ ਤਾਂ ਉਹ ਪ੍ਰਿੰਟ ਕਰਵਾ ਦੇਗੀ। ਅਕੋਰਡਿੰਗਲੀ ਜੋ ਵੀ ਉਹਦੀ ਆਊਟਪੁੱਟ ਬਣ ਰਹੀ ਹੈ ਉਹਦੇ ਅਕੋਰਡਿੰਗ ਐਕਸ਼ਨ ਪਰਫਾਰਮ ਹੋਏਗਾ। ਨੈਕਸਟ ਹੈ ਰੈਡੀ।
ਰੈਡੀ ਸਿਗਨਲ ਕਿਉਂ ਯੂਜ਼ ਹੁੰਦਾ ਹੈ? ਹੁਣ ਸਪੋਜ਼ CPU ਹੁੰਦਾ ਕਾਫੀ ਫਾਸਟ ਡਿਵਾਈਸ, ਬਟ ਜਿਹੜੀਆਂ ਕਿ ਉਹਦੇ ਨਾਲ ਮੈਮਰੀ ਡਿਵਾਈਸਿਸ ਲੱਗੀਆਂ ਹੋਈਆਂ ਨੇ ਜਾਂ ਕੋਈ ਵੀ ਇਨਪੁਟ ਆਊਟਪੁੱਟ ਡਿਵਾਈਸਿਸ ਲੱਗੀਆਂ ਹੁੰਦੀਆਂ ਨੇ, ਉਹ ਕੰਪੈਰੀਟਿਵਲੀ ਥੋੜ੍ਹੀਆਂ ਜਿਹੀਆਂ ਸਲੋ ਹੁੰਦੀਆਂ ਨੇ। ਤਾਂ ਜਦੋਂ CPU ਨੇ ਉਹਨਾਂ ਦੇ ਨਾਲ ਕਮਿਊਨੀਕੇਸ਼ਨ ਕਰਨੀ ਹੈ, ਕੋਈ ਵੀ ਐਕਸ਼ਨ ਪਰਫਾਰਮ ਕਰਨਾ ਹੈ, ਤਾਂ CPU ਹੋ ਸਕਦਾ ਹੈ ਜ਼ਿਆਦਾ ਫਾਸਟ ਹੋਵੇ ਤੇ ਬਾਕੀ ਡਿਵਾਈਸਿਸ ਦਾ ਕੰਮ ਥੋੜ੍ਹਾ ਜਿਹਾ ਸਲੋ ਹੋ ਰਿਹਾ, ਤਾਂ ਉੱਥੇ ਰੈਡੀ ਸਿਗਨਲ ਯੂਜ਼ ਹੁੰਦਾ ਹੈ ਚੈੱਕ ਕਰਨ ਲਈ ਕਿ ਡਿਵਾਈਸ ਰੈਡੀ ਹੈ ਜਾਂ ਨਹੀਂ। So the ready is an input signal to the CPU generated in order to synchronize the slow memory or IO port with the fast CPU। यानी कि दोनों डिवाइसेस ਨੂੰ synchronize ਕਰਨ ਲਈ ਆਪਾਂ ready signal use ਕਰਾਂਗੇ। For example, when the CPU is reading from a relatively slow memory, the ready signal is used to freeze the CPU till the memory completes the react operation। यानी कि कोई भी CPU उदों तक वेट करूगा जदों तक डिवाइस वालों रेडी सिग्नल नहीं आता। सो इस तरीके नाल काफ़ी होर सिग्नल हो सकते हैं। अदर सिग्नल्स, वेरीअस अदर सिग्नल्स सच एज इंटरप्ट, रिप्रेजेंट्स एंड DMA रिक्वेस्ट आर आल्सो कंसीडर एज कंट्रोल सिग्नल्स। सो इस तरीके का होर भी सिग्नल्स होंगे जिहड़े आपां अगे 1 बाय 1 डिटेल्स च देखांगे। सो अज दे लैक्चर यही है कि बेसिक आर्किटेक्चर ऑफ द कंप्यूटर की होंदा है एंड व्हाट इज बस स्ट्रक्चर ऑफ द CPU। थैंक यू।